ਸਤਿ ਸ੍ਰੀ ਅਕਾਲ ਸਾਰੇ ਫਿਊਚਰ ਟੀਚਰਸ ਨੂੰ ਪੀਐਸਟੀਈਟੀ ਸੀਟੈਟ ਪ੍ਰੈਪ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜੇ ਇੰਗਲਿਸ਼ ਪੈਡਾਗੋਜੀ ਦੇ ਸਵਾਲਾਂ ਵਿੱਚ ਦੋ ਆਪਸ਼ਨਸ ਹਮੇਸ਼ਾ ਹੀ ਸਹੀ ਲੱਗਦੇ ਨੇ ਤਾਂ ਸਮਝੋ ਅੱਜ ਤੁਸੀਂ ਬਿਲਕੁਲ ਸਹੀ ਥਾਂ ਤੇ ਹੋ। ਅੱਜ ਅਸੀਂ ਉਹੀ ਮਾਸਟਰ ਪਲਾਨ ਡੀਕੋਡ ਕਰਾਂਗੇ ਜਿਸ ਨਾਲ ਤੁਹਾਡਾ ਹਰ ਇੱਕ ਕਨਸੈਪਟ ਕ੍ਰਿਸਟਲ ਕਲੀਅਰ ਹੋ ਜਾਵੇਗਾ। ਤਾਂ ਚਲੋ ਸ਼ੁਰੂ ਕਰਦੇ ਹਾਂ। ਤਾਂ ਦੇਖੋ, ਇੱਕ ਸਵਾਲ ਜਿਹੜਾ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰਦਾ ਹੈ ਨਾ ਕਿ ਸੀਟੈਟ ਪੈਡਾਗੋਜੀ ਦੇ ਸਵਾਲਾਂ ਵਿੱਚ ਯਾਰ ਹਮੇਸ਼ਾ ਦੋ ਆਪਸ਼ਨ ਸਹੀ ਕਿਉਂ ਲੱਗਦੇ ਨੇ। ਅਸੀਂ ਇੱਕ ਚੁਣਦੇ ਹਾਂ ਤੇ ਆਨਸਰ ਕੀ ਕੁਝ ਹੋਰ ਹੀ ਦੱਸਦੀ ਹੈ। ਬਹੁਤ ਫਰਸਟ੍ਰੇਸ਼ਨ ਹੁੰਦੀ ਹੈ, ਰਾਈਟ? ਪਰ ਘਬਰਾਉਣ ਦੀ ਲੋੜ ਨਹੀਂ, ਇਸ ਦੇ ਪਿੱਛੇ ਇੱਕ ਬਹੁਤ ਸੋਲਿਡ ਕਾਰਨ ਹੈ। ਅੱਛਾ, ਤਾਂ ਕਾਰਨ ਪਤਾ ਕੀ ਹੈ? ਕਾਰਨ ਇਹ ਹੈ ਕਿ ਐਗਜ਼ਾਮੀਨਰ ਤੁਹਾਡੀ ਮੈਮਰੀ ਨੂੰ ਟੈਸਟ ਨਹੀਂ ਕਰ ਰਿਹਾ, ਉਹ ਤੁਹਾਡੀ ਕੋਰ ਪ੍ਰਿੰਸੀਪਲਸ ਦੀ ਅੰਡਰਸਟੈਂਡਿੰਗ ਨੂੰ ਟੈਸਟ ਕਰ ਰਿਹਾ ਹੈ। ਉਹ ਇਹ ਦੇਖਣਾ ਚਾਹੁੰਦਾ ਕਿ ਤੁਸੀਂ ਇੱਕ ਟੀਚਰ ਵਾਂਗ ਸੋਚ ਪਾ ਰਹੇ ਹੋ ਜਾਂ ਨਹੀਂ। ਤੇ ਮੈਂ ਗਾਰੰਟੀ ਦਿੰਦਾ ਹਾਂ, ਜਿਸ ਦਿਨ ਤੁਸੀਂ ਇਹ ਸਿਧਾਂਤ ਸਮਝ ਗਏ ਨਾ, ਉਸ ਦਿਨ ਤੋਂ ਤੁਹਾਡਾ ਇੱਕ ਵੀ ਸਵਾਲ ਗਲਤ ਨਹੀਂ ਹੋਵੇਗਾ। ਠੀਕ ਹੈ, ਤਾਂ ਫਿਰ ਚਲੋ ਇਹਨਾਂ ਕੋਰ ਪ੍ਰਿੰਸੀਪਲਸ ਨੂੰ ਇੱਕ ਇੱਕ ਕਰਕੇ ਫੜਦੇ ਹਾਂ। ਸਾਡਾ ਪਹਿਲਾ ਸੈਕਸ਼ਨ ਹੈ ਦ ਲਰਨਰ ਫੋਕਸਡ ਪ੍ਰਿੰਸੀਪਲਸ, ਯਾਨੀ ਉਹ ਸਿਧਾਂਤ ਜਿਹੜੇ ਸਿੱਖਣ ਵਾਲੇ ਮਤਲਬ ਕਿ ਬੱਚੇ ਦੇ ਕੇਂਦਰਿਤ ਨੇ। ਇਹ ਸਾਰੇ ਪ੍ਰਿੰਸੀਪਲਸ ਸਿੱਧਾ ਬੱਚੇ ਦੇ ਕਲਾਸਰੂਮ ਐਕਸਪੀਰੀਅੰਸ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਹੈ ਪ੍ਰਿੰਸੀਪਲ ਆਫ ਮੀਨਿੰਗਫੁਲਨੈਸ। ਹੁਣ ਖੁਦ ਸੋਚ ਕੇ ਦੇਖੋ, ਜੇ ਤੁਸੀਂ ਕਲਾਸ ਵਿੱਚ ਜਾ ਕੇ ਸਿਰਫ ਗ੍ਰਾਮਰ ਦੇ ਰੂਲਸ ਰਟਾਉਣ ਲੱਗ ਜਾਓ, ਬੱਚਾ ਤਾਂ ਬੋਰ ਹੋ ਜਾਵੇਗਾ। ਇਹ ਬਿਲਕੁਲ ਗਲਤ ਤਰੀਕਾ ਹੈ। ਸਹੀ ਤਰੀਕਾ ਕੀ ਹੈ? ਸਹੀ ਤਰੀਕਾ ਹੈ ਰੀਅਲ ਲਾਈਫ ਸਿਚੁਏਸ਼ਨਸ, ਅਸਲ ਜ਼ਿੰਦਗੀ ਨਾਲ ਜੋੜ ਕੇ ਸਿਖਾਣਾ। ਜਦੋਂ ਬੱਚੇ ਨੂੰ ਲੱਗਦਾ ਹੈ ਨਾ ਕਿ ਹਾਂ ਇਸ ਭਾਸ਼ਾ ਦਾ ਕੋਈ ਮਕਸਦ ਹੈ, ਕੋਈ ਮਤਲਬ ਹੈ, ਤਾਂ ਉਹ ਉਸ ਨੂੰ ਆਪਣੇ ਆਪ ਸਿੱਖਦਾ ਹੈ। ਅੱਗੇ ਚੱਲਦੇ ਹਾਂ ਪ੍ਰਿੰਸੀਪਲ ਆਫ ਮੋਟੀਵੇਸ਼ਨ ਤੇ। ਦੇਖੋ, ਇੱਕ ਅਨਮੋਟੀਵੇਟਿਡ ਲਰਨਰ ਮਤਲਬ ਜਿਸ ਬੱਚੇ ਦਾ ਮਨ ਹੀ ਨਹੀਂ ਲੱਗ ਰਿਹਾ, ਉਹ ਭਾਸ਼ਾ ਕਿਵੇਂ ਸਿੱਖੇਗਾ? ਕਦੇ ਵੀ ਨਹੀਂ। ਤਾਂ ਇੱਥੇ ਟੀਚਰ ਦਾ ਕੰਮ ਸ਼ੁਰੂ ਹੁੰਦਾ ਹੈ। ਉਸ ਦਾ ਕੰਮ ਹੈ ਬੱਚੇ ਵਿੱਚ ਇੰਟਰਸਟ ਪੈਦਾ ਕਰਨਾ। ਪਰ ਕਿਵੇਂ? ਬਹੁਤ ਤਰੀਕੇ ਨੇ। ਕਹਾਣੀਆਂ ਸੁਣਾਓ, ਰੋਲ ਪਲੇ ਕਰਵਾਓ, ਲੈਸਨਸ ਨੂੰ ਬੱਚਿਆਂ ਦੀ ਆਪਣੀ ਜ਼ਿੰਦਗੀ ਨਾਲ ਕਨੈਕਟ ਕਰੋ, ਤੇ ਸਭ ਤੋਂ ਵਧੀਆ ਗੇਮਸ ਖਿਡਾਓ। ਜਦੋਂ ਲਰਨਿੰਗ ਫਨ ਹੋ ਜਾਂਦੀ ਨਾ, ਮੋਟੀਵੇਸ਼ਨ ਤਾਂ ਫਿਰ ਆਪਣੇ ਆਪ ਆਉਂਦੀ ਹੈ। ਇਹ ਗੱਲ ਨਾ ਬਿਲਕੁਲ ਪੱਲੇ ਬੰਨ੍ਹ ਲਓ। ਭਾਸ਼ਾ ਕੋਈ ਥਿਉਰੀ ਸਬਜੈਕਟ ਨਹੀਂ ਹੈ, ਇਹ ਇੱਕ ਸਕਿੱਲ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਵਿਮਿੰਗ ਕਿਤਾਬਾਂ ਪੜ੍ਹ ਕੇ ਨਹੀਂ ਸਿੱਖੀ ਜਾ ਸਕਦੀ, ਠੀਕ ਉਸੇ ਤਰ੍ਹਾਂ ਇੰਗਲਿਸ਼ ਸਿਰਫ ਰੂਲਸ ਪੜ੍ਹ ਕੇ ਨਹੀਂ ਆਉਂਦੀ। ਇਸ ਲਈ ਹੈ ਪ੍ਰਿੰਸੀਪਲ ਆਫ ਐਕਟੀਵਿਟੀ, ਜਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਲਰਨਿੰਗ ਬਾਈ ਡੂਇੰਗ। ਇਹ ਸਿਧਾਂਤ ਕਹਿੰਦਾ ਹੈ ਕਿ ਬੱਚਿਆਂ ਨੂੰ ਭਾਸ਼ਾ ਨੂੰ ਐਕਟਿਵਲੀ ਯੂਜ਼ ਕਰਨ ਦਾ ਮੌਕਾ ਦਿਓ। ਉਹਨਾਂ ਨੂੰ ਜੋੜਿਆਂ ਵਿੱਚ ਕੰਮ ਕਰਵਾਓ, ਡਿਸਕਸ਼ਨਸ ਕਰਵਾਓ, ਛੋਟੇ-ਛੋਟੇ ਪ੍ਰੋਜੈਕਟਸ ਦਿਓ। ਅੱਛਾ, ਇੱਕ ਟੀਚਰ ਦੇ ਤੌਰ ਤੇ ਇਹ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੀ ਕਲਾਸ ਦਾ ਹਰ ਬੱਚਾ ਯੂਨੀਕ ਹੈ। ਹਰ ਬੱਚਾ ਵੱਖਰਾ ਹੈ। ਕੋਈ ਬੱਚਾ ਤਸਵੀਰਾਂ ਦੇਖ ਕੇ ਜਲਦੀ ਸਿੱਖਦਾ, ਕੋਈ ਸੁਣ ਕੇ ਜਲਦੀ ਸਿੱਖਦਾ। ਹਰ ਇੱਕ ਦੇ ਸਿੱਖਣ ਦੀ ਸਪੀਡ, ਉਹਨਾਂ ਦਾ ਬੈਕਗ੍ਰਾਉਂਡ, ਉਹਨਾਂ ਨੂੰ ਘਰ ਵਿੱਚ ਮਿਲਿਆ ਹੋਇਆ ਐਕਸਪੋਜ਼ਰ, ਸਭ ਕੁਝ ਵੱਖਰਾ ਹੁੰਦਾ ਹੈ। ਇਸ ਲਈ ਯਾਦ ਰੱਖੋ, ਵਨ ਸਾਈਜ਼ ਫਿਟਸ ਆਲ ਵਾਲਾ ਮੈਥਡ ਕਲਾਸਰੂਮ ਵਿੱਚ ਹਮੇਸ਼ਾ ਫੇਲ ਹੋਵੇਗਾ। ਸਾਨੂੰ ਆਪਣੀ ਟੀਚਿੰਗ ਨੂੰ ਫਲੈਕਸੀਬਲ ਬਣਾਉਣਾ ਹੀ ਪਵੇਗਾ। ਚਲੋ ਜੀ, ਹੁਣ ਅਸੀਂ ਲਰਨਰ ਯਾਨੀ ਬੱਚੇ ਦੇ ਨਜ਼ਰੀਏ ਨੂੰ ਤਾਂ ਚੰਗੀ ਤਰ੍ਹਾਂ ਸਮਝ ਲਿਆ। ਹੁਣ ਵਾਰੀ ਹੈ ਇੱਕ ਸਮਾਰਟ ਟੀਚਰ ਦੇ ਔਜ਼ਾਰਾਂ ਦੀ, ਦ ਸਮਾਰਟ ਟੀਚਰਸ ਟੂਲ ਕਿਟ। ਇਹ ਉਹ ਪ੍ਰਿੰਸੀਪਲਸ ਨੇ ਜਿਹੜੇ ਤੁਹਾਡੀ ਟੀਚਿੰਗ ਸਟ੍ਰੈਟੇਜੀ ਦੀ ਨੀਂਹ ਬਣਨਗੇ। ਇਹ ਹੈ ਪ੍ਰਿੰਸੀਪਲ ਆਫ ਨੈਚੁਰਲ ਆਰਡਰ। ਇਸ ਦਾ ਸਿੱਧਾ ਮਤਲਬ ਹੈ ਕਿ ਭਾਸ਼ਾ ਇੱਕ ਕੁਦਰਤੀ ਸੀਕੁਐਂਸ ਵਿੱਚ ਸਿੱਖੀ ਜਾਂਦੀ ਹੈ। ਉਹ ਸੀਕੁਐਂਸ ਕੀ ਹੈ? LSRW। ਹਮੇਸ਼ਾ ਯਾਦ ਰੱਖਣਾ। ਪਹਿਲਾ ਲਿਸਨਿੰਗ, ਬੱਚਾ ਸੁਣਦਾ ਹੈ। ਫਿਰ ਸਪੀਕਿੰਗ, ਬੋਲਣਾ ਸ਼ੁਰੂ ਕਰਦਾ ਹੈ। ਉਸ ਤੋਂ ਬਾਅਦ ਰੀਡਿੰਗ, ਪੜ੍ਹਨਾ ਸਿੱਖਦਾ ਹੈ, ਤੇ ਬਿਲਕੁਲ ਅਖੀਰ ਵਿੱਚ ਆਉਂਦੀ ਹੈ ਰਾਈਟਿੰਗ। ਇਹ ਬਿਲਕੁਲ ਇੱਕ ਇਮਾਰਤ ਦੀ ਨੀਂਹ ਵਾਂਗ ਹੈ। ਜੇ ਤੁਸੀਂ ਸਿੱਧਾ ਰਾਈਟਿੰਗ ਯਾਨੀ ਲਿਖਣ ਤੇ ਜ਼ੋਰ ਪਾਓਗੇ ਤਾਂ ਸਮਝ ਲਓ ਕਿ ਨੀਂਹ ਹੀ ਕਮਜ਼ੋਰ ਰਹਿ ਗਈ। ਅਗਲਾ ਹੈ ਪ੍ਰਿੰਸੀਪਲ ਆਫ ਹੈਬਿਟ ਫਾਰਮੇਸ਼ਨ। ਇਹ ਥੋੜਾ ਪੁਰਾਣਾ ਪ੍ਰਿੰਸੀਪਲ ਹੈ, ਬਿਹੇਵੀਅਰਿਜ਼ਮ ਨਾਲ ਜੁੜਿਆ ਹੋਇਆ। ਇਸ ਵਿੱਚ ਰੈਪੀਟੀਸ਼ਨ ਮਤਲਬ ਬਾਰ-ਬਾਰ ਦੁਹਰਾਉਣ ਤੇ ਡ੍ਰਿਲਸ ਤੇ ਜ਼ੋਰ ਦਿੱਤਾ ਜਾਂਦਾ ਹੈ। ਹੁਣ ਇਹ ਪ੍ਰੋਨੰਸੀਏਸ਼ਨ ਯਾਨੀ ਉਚਾਰਨ ਤੇ ਬੇਸਿਕ ਸੈਂਟੈਂਸ ਸਟਰਕਚਰ ਸਿਖਾਉਣ ਲਈ ਤਾਂ ਬਹੁਤ ਵਧੀਆ ਹੈ, ਪਰ ਇਸ ਦੀ ਇੱਕ ਬਹੁਤ ਵੱਡੀ ਲਿਮਿਟੇਸ਼ਨ, ਇੱਕ ਕਮੀ ਹੈ। ਇਹ ਕਮਿਊਨੀਕੇਟਿਵ ਕੰਪੀਟੈਂਸ ਲਈ ਕਾਫੀ ਨਹੀਂ ਹੈ। ਮਤਲਬ ਅਸਲ ਜ਼ਿੰਦਗੀ ਵਿੱਚ ਗੱਲਬਾਤ ਕਰਨ ਦੀ ਯੋਗਤਾ ਇਸ ਨਾਲ ਨਹੀਂ ਆਉਂਦੀ। ਸਿਰਫ ਰੱਟਾ ਲਗਾ ਕੇ ਕੋਈ ਫਲੂਐਂਟ ਸਪੀਕਰ ਨਹੀਂ ਬਣ ਸਕਦਾ ਹੈ ਨਾ। ਅੱਛਾ, ਹੁਣ ਆਉਂਦਾ ਹੈ ਇੱਕ ਬਹੁਤ ਵੱਡਾ ਡਾਇਲੇਮਾ, ਐਕਿਊਰੇਸੀ ਵਰਸਸ ਫਲੂਐਂਸੀ। ਐਕਿਊਰੇਸੀ ਦਾ ਮਤਲਬ ਹੈ ਸਹੀ ਗ੍ਰਾਮਰ, ਸਹੀ ਸਟਰਕਚਰ, ਤੇ ਫਲੂਐਂਸੀ ਦਾ ਮਤਲਬ ਹੈ ਬਿਨਾਂ ਰੁਕੇ ਕੌਨਫੀਡੈਂਸ ਨਾਲ ਬੋਲਣਾ।
ਹੁਣ ਇੱਕ ਟੀਚਰ ਲਈ ਸਭ ਤੋਂ ਵੱਡਾ ਚੈਲੰਜ ਇਹਨਾਂ ਦੋਵਾਂ ਵਿੱਚ ਬੈਲੈਂਸ ਬਣਾਉਣਾ ਹੈ, ਕਿਉਂਕਿ ਜੇ ਤੁਸੀਂ ਬੱਚੇ ਦੀ ਹਰ ਛੋਟੀ-ਛੋਟੀ ਗਲਤੀ ਤੇ ਉਸ ਨੂੰ ਟੋਕਦੇ ਰਹੋਗੇ ਤਾਂ ਉਸ ਦਾ ਕੌਨਫੀਡੈਂਸ ਬਿਲਕੁਲ ਖਤਮ ਹੋ ਜਾਵੇਗਾ ਤੇ ਉਹ ਅੱਗੇ ਤੋਂ ਬੋਲਣ ਤੋਂ ਹੀ ਡਰੇਗਾ। ਸੋ ਰਿਮੈਂਬਰ, ਬੈਲੈਂਸ ਇਜ਼ ਦੀ ਐਬਸੋਲੂਟ ਕੀ। ਇੱਕ ਬਹੁਤ ਵੱਡਾ ਮਿਥ, ਇੱਕ ਗਲਤਫਹਿਮੀ ਹੈ ਕਿ ਇੰਗਲਿਸ਼ ਦੀ ਕਲਾਸ ਵਿੱਚ ਮਾਂ ਬੋਲੀ ਯਾਨੀ L1 ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਇਹ ਬਿਲਕੁਲ ਗਲਤ ਸੋਚ ਹੈ। ਸਹੀ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਮਦਰ ਟੰਗ ਸਪੋਰਟ। ਇਹ ਕਹਿੰਦਾ ਹੈ ਕਿ L1 ਦੀ ਵਰਤੋਂ ਜੁਡੀਸ਼ੀਅਸਲੀ ਮਤਲਬ ਸੋਚ ਸਮਝ ਕੇ ਇੱਕ ਸਟ੍ਰੈਟਜੀ ਨਾਲ ਕਰਨੀ ਚਾਹੀਦੀ ਹੈ। ਖਾਸ ਕਰਕੇ ਜਦੋਂ ਕੋਈ ਔਖਾ ਕਨਸੈਪਟ ਸਮਝਾਉਣਾ ਹੋਵੇ ਤਾਂ ਮਾਂ ਬੋਲੀ ਇੱਕ ਬ੍ਰਿਜ, ਇੱਕ ਪੁਲ ਦਾ ਕੰਮ ਕਰਦੀ ਹੈ। ਚਲੋ ਜੀ, ਹੁਣ ਅਸੀਂ ਪਹੁੰਚ ਗਏ ਹਾਂ ਆਪਣੇ ਆਖਰੀ ਸੈੱਟ ਦੇ ਪ੍ਰਿੰਸੀਪਲਸ ਤੇ, ਇਨਪੁਟ, ਫੀਡਬੈਕ ਐਂਡ ਗਰੋਥ। ਇਹ ਉਹ ਪ੍ਰਿੰਸੀਪਲਸ ਨੇ ਜਿਹੜੇ ਬੱਚੇ ਦੀ ਲਰਨਿੰਗ ਨੂੰ ਐਕਸਲਰੇਟ ਕਰਦੇ ਨੇ, ਤੇਜ਼ ਕਰਦੇ ਨੇ। ਇਹ ਸਹੀ ਇਨਪੁਟ ਤੇ ਸਹੀ ਫੀਡਬੈਕ ਤੇ ਟਿਕੇ ਹੋਏ ਨੇ। ਪ੍ਰਿੰਸੀਪਲ ਆਫ ਰੀਇਨਫੋਰਸਮੈਂਟ, ਇਸ ਦਾ ਸਿੱਧਾ-ਸਾਦਾ ਮਤਲਬ ਹੈ ਹੌਸਲਾ ਵਧਾਉਣਾ, ਪੋਜ਼ਿਟਿਵ ਫੀਡਬੈਕ। ਜਦੋਂ ਤੁਸੀਂ ਕਿਸੇ ਬੱਚੇ ਨੂੰ ਕਹਿੰਦੇ ਹੋ ਸ਼ਾਬਾਸ਼, ਬਹੁਤ ਵਧੀਆ ਕੋਸ਼ਿਸ਼ ਕੀਤੀ ਜਾਂ ਗੁੱਡ ਐਫਰਟ, ਭਾਵੇਂ ਉਸ ਦਾ ਜਵਾਬ ਗਲਤ ਵੀ ਹੋਵੇ, ਤਾਂ ਵੀ ਉਸ ਦਾ ਕੌਨਫੀਡੈਂਸ ਵੱਧਦਾ ਹੈ ਤੇ ਉਹ ਅੱਗੇ ਤੋਂ ਹੋਰ ਹਿੰਮਤ ਕਰਦਾ ਹੈ। ਦੂਜੇ ਪਾਸੇ ਜੇ ਕਲਾਸ ਵਿੱਚ ਡਰ ਦਾ ਮਾਹੌਲ ਹੋਵੇ ਤਾਂ ਬੱਚਾ ਪਾਰਟਿਸਿਪੇਟ ਹੀ ਨਹੀਂ ਕਰੇਗਾ। ਸੋ ਅ ਟੀਚਰ ਹੈਜ਼ ਟੂ ਬੀ ਐਨ ਇਨਕਰੇਜਰ, ਨਾਟ ਅ ਕ੍ਰਿਟਿਕ। ਹੁਣ ਆ ਗਿਆ ਸਭ ਤੋਂ ਇੰਪੋਰਟੈਂਟ ਕਨਸੈਪਟਸ ਵਿੱਚੋਂ ਇੱਕ, ਸਟੀਫਨ ਕ੍ਰੈਸ਼ਨ ਦਾ ਕੰਪ੍ਰੀਹੈਂਸਿਬਲ ਇਨਪੁਟ, ਜਿਸ ਨੂੰ I+1 ਵੀ ਕਹਿੰਦੇ ਹਾਂ। ਇਸ ਨੂੰ ਬਹੁਤ ਧਿਆਨ ਨਾਲ ਸਮਝਣਾ। I ਦਾ ਮਤਲਬ ਹੈ ਬੱਚੇ ਦਾ ਕਰੰਟ ਲੈਵਲ, ਯਾਨੀ ਉਸ ਨੂੰ ਹੁਣ ਕਿੰਨਾ ਕੁ ਆਉਂਦਾ ਹੈ, ਤੇ +1 ਦਾ ਮਤਲਬ ਹੈ ਉਸ ਦੇ ਲੈਵਲ ਤੋਂ ਥੋੜਾ ਜਿਹਾ ਉੱਪਰ। ਤਾਂ ਸਾਨੂੰ ਬੱਚੇ ਨੂੰ ਉਹੀ ਲੈਂਗੁਏਜ ਮਟੀਰੀਅਲ ਦੇਣਾ ਹੈ ਜੋ ਉਸ ਦੇ ਲੈਵਲ ਤੋਂ ਜਸਟ ਅ ਲਿਟਲ ਬਿਟ ਹਾਇਰ ਹੋਵੇ। ਕਿਉਂ? ਕਿਉਂਕਿ ਜੇ ਇਨਪੁਟ ਬਹੁਤ ਸੌਖਾ ਹੋਇਆ ਤਾਂ ਬੱਚਾ ਕੁਝ ਨਵਾਂ ਨਹੀਂ ਸਿੱਖੇਗਾ, ਕੋਈ ਗਰੋਥ ਨਹੀਂ ਹੋਵੇਗੀ, ਤੇ ਜੇ ਬਹੁਤ ਔਖਾ ਹੋਇਆ ਤਾਂ ਉਹ ਫਰਸਟ੍ਰੇਟ ਹੋ ਕੇ ਛੱਡ ਦੇਵੇਗਾ। ਸੋ ਅ ਗੁੱਡ ਟੀਚਰ ਫਾਈਂਡਸ ਦੈਟ ਸਵੀਟ ਸਪੌਟ, ਉਹੀ I+1 ਲੈਵਲ। ਠੀਕ ਹੈ ਜੀ, ਥਿਉਰੀ ਤਾਂ ਸਾਰੀ ਸਮਝ ਲਈ, ਸਾਰੇ ਪ੍ਰਿੰਸੀਪਲਸ ਦਿਮਾਗ ਵਿੱਚ ਬੈਠ ਗਏ, ਪਰ ਦ $1 million ਕੁਐਸਚਨ, ਐਗਜ਼ਾਮਿਨਰ ਇਹਨਾਂ ਪ੍ਰਿੰਸੀਪਲਸ ਨੂੰ ਸਵਾਲਾਂ ਵਿੱਚ ਘੁਮਾ ਫਿਰਾ ਕੇ ਪੁੱਛਦਾ ਕਿਵੇਂ ਹੈ? ਹੁਣ ਆਇਆ ਸਭ ਤੋਂ ਜ਼ਰੂਰੀ ਹਿੱਸਾ। ਚਲੋ ਐਗਜ਼ਾਮਿਨਰ ਦੇ ਦਿਮਾਗ ਨੂੰ ਪੜ੍ਹੀਏ ਤੇ ਉਸ ਦੇ ਕਾਮਨ ਟ੍ਰੈਪਸ ਨੂੰ ਸਮਝੀਏ। ਦੇਖੋ, ਐਗਜ਼ਾਮਿਨਰ ਦਾ ਕੋਡ ਬਹੁਤ ਸਿੰਪਲ ਹੈ। ਉਹ ਹਮੇਸ਼ਾ ਇੱਕ ਸਿਨੈਰੀਓ, ਇੱਕ ਕਲਾਸਰੂਮ ਦੀ ਸਿਚੁਏਸ਼ਨ ਦੇਵੇਗਾ। ਫॉर ਐਗਜ਼ਾਮਪਲ, ਜੇ ਉਹ ਕਹਿੰਦਾ ਹੈ ਟੀਚਰ ਪਹਿਲਾਂ ਸਿਰਫ ਗ੍ਰਾਮਰ ਦੇ ਰੂਲ ਸਮਝਾ ਰਹੀ ਹੈ, ਤਾਂ ਸਮਝ ਜਾਓ ਕਿ ਉਹ ਟ੍ਰੈਡੀਸ਼ਨਲ GTM ਯਾਨੀ ਹੈਬਿਟ ਫਾਰਮੇਸ਼ਨ ਵਾਲੇ ਪਾਸੇ ਜਾ ਰਿਹਾ ਹੈ। ਜੇ ਉਹ ਕਹਿੰਦਾ ਹੈ ਟੀਚਰ ਬੱਚਿਆਂ ਨੂੰ ਪੇਅਰਸ ਵਿੱਚ ਇੰਟਰੈਕਸ਼ਨ ਕਰਨ ਲਈ ਐਨਕਰੇਜ ਕਰ ਰਹੀ ਹੈ, ਤਾਂ ਇਹ ਕਮਿਊਨੀਕੇਟਿਵ ਅਪਰੋਚ ਹੈ, ਲਰਨਿੰਗ ਬਾਈ ਡੂਇੰਗ ਹੈ। ਤੁਹਾਡਾ ਕੰਮ ਸਿਰਫ ਇੱਕ ਹੈ, ਸਿਨੈਰੀਓ ਨੂੰ ਪੜ੍ਹ ਕੇ ਉਸ ਦੇ ਪਿੱਛੇ ਛੁਪੇ ਹੋਏ ਕੋਰ ਪ੍ਰਿੰਸੀਪਲ ਨੂੰ ਪਛਾਣਨਾ। ਚਲੋ ਫਿਰ, ਥਿਉਰੀ ਬਹੁਤ ਹੋ ਗਈ, ਹੁਣ ਇਸ ਨੂੰ ਐਕਸ਼ਨ ਵਿੱਚ ਲਿਆਉਣ ਦਾ ਟਾਈਮ ਹੈ। ਮੈਂ ਕੁਝ ਐਗਜ਼ਾਮ ਲੈਵਲ ਦੇ MCQs ਦਿਖਾਵਾਂਗਾ, ਦੇਖਦੇ ਹਾਂ ਕਿੰਨਾ ਕੁ ਸਮਝ ਆਇਆ। ਤਿਆਰ ਹੋ ਚੈਲੰਜ ਲਈ? ਲੈਟਸ ਗੋ। ਪਹਿਲਾ ਸਵਾਲ ਤੁਹਾਡੀ ਸਕਰੀਨ ਤੇ, ਧਿਆਨ ਨਾਲ ਪੜ੍ਹੋ। ਤੀਜੀ ਕਲਾਸ ਦੀ ਇੱਕ ਟੀਚਰ ਬੱਚਿਆਂ ਨੂੰ ਕਹਿੰਦੀ ਹੈ ਕਿ ਉਹ ਆਪਣੇ ਘਰ ਤੋਂ ਸਕੂਲ ਤੱਕ ਦੇ ਸਫ਼ਰ ਬਾਰੇ ਦੱਸਣ। ਇਹ ਐਕਟੀਵਿਟੀ ਲੈਂਗੁਏਜ ਟੀਚਿੰਗ ਦੇ ਕਿਸ ਪ੍ਰਿੰਸੀਪਲ ਨਾਲ ਜੁੜੀ ਹੋਈ ਹੈ? ਆਪਸ਼ਨਸ ਦੇਖੋ। ਹੁਣੇ ਜਿਹੜੇ ਪ੍ਰਿੰਸੀਪਲਸ ਪੜ੍ਹੇ ਨੇ ਉਹਨਾਂ ਬਾਰੇ ਸੋਚੋ, ਥੋੜਾ ਰੁਕ ਕੇ ਸੋਚੋ ਤੇ ਫਿਰ ਆਪਣਾ ਜਵਾਬ ਦਿਓ। ਤਾਂ ਸਹੀ ਜਵਾਬ ਹੈ ਆਪਸ਼ਨ ਸੀ, ਪ੍ਰਿੰਸੀਪਲ ਆਫ ਮੀਨਿੰਗਫੁਲਨੈਸ। ਹੁਣ ਸਵਾਲ ਹੈ ਕਿਉਂ? ਕਿਉਂਕਿ ਇੱਥੇ ਟੀਚਰ ਨੇ ਲੈਂਗੁਏਜ ਨੂੰ ਬੱਚੇ ਦੀ ਆਪਣੀ ਜ਼ਿੰਦਗੀ, ਉਸ ਦੇ ਰੀਅਲ ਲਾਈਫ ਐਕਸਪੀਰੀਅੰਸ ਨਾਲ ਜੋੜ ਦਿੱਤਾ। ਇਸ ਨਾਲ ਲੈਂਗੁਏਜ ਦਾ ਇੱਕ ਮਕਸਦ ਬਣ ਗਿਆ, ਉਹ ਮੀਨਿੰਗਫੁਲ ਹੋ ਗਈ। ਬਾਕੀ ਆਪਸ਼ਨਸ ਕਿਉਂ ਗਲਤ ਨੇ? ਦੇਖੋ, A ਹੈਬਿਟ ਫਾਰਮੇਸ਼ਨ ਦੀ ਗੱਲ ਕਰਦਾ ਹੈ, B ਨੈਚੁਰਲ ਆਰਡਰ LSRW ਦੀ, ਤੇ D ਐਕਿਊਰੇਸੀ ਸਿਰਫ ਗ੍ਰਾਮਰ ਦੀ। ਇਹਨਾਂ ਵਿੱਚੋਂ ਕੋਈ ਵੀ ਐਕਟੀਵਿਟੀ ਦੇ ਮਕਸਦ ਨਾਲ ਮੇਲ ਨਹੀਂ ਖਾਂਦਾ। ਅਗਲਾ ਸਵਾਲ, ਥੋੜਾ ਧਿਆਨ ਨਾਲ, ਇਹ ਥੋੜਾ ਟ੍ਰਿਕੀ ਹੈ। ਇੱਕ ਸਪੀਕਿੰਗ ਐਕਟੀਵਿਟੀ ਚੱਲ ਰਹੀ ਹੈ ਤੇ ਟੀਚਰ ਦੇਖਦੀ ਹੈ ਕਿ ਇੱਕ ਬੱਚਾ ਕਾਫੀ ਗ੍ਰਾਮੈਟਿਕਲ ਮਿਸਟੇਕਸ ਕਰ ਰਿਹਾ ਹੈ, ਪਰ ਉਹ ਉਸ ਨੂੰ ਵਿੱਚ ਹੀ ਨਹੀਂ ਟੋਕਦੀ। ਤਾਂ ਦੱਸੋ, ਟੀਚਰ ਕਿਸ ਚੀਜ਼ ਨੂੰ ਪ੍ਰਾਇੋਰਿਟੀ ਦੇ ਰਹੀ ਹੈ, ਐਕਿਊਰੇਸੀ ਨੂੰ ਜਾਂ ਫਲੂਐਂਸੀ ਨੂੰ? ਧਿਆਨ ਨਾਲ ਸੋਚ ਕੇ ਜਵਾਬ ਦਿਓ। ਬਿਲਕੁਲ ਸਹੀ ਜਵਾਬ ਹੈ B, ਫਲੂਐਂਸੀ ਓਵਰ ਐਕਿਊਰੇਸੀ। ਇੱਥੇ ਟੀਚਰ ਦੀ ਸੋਚ ਕੀ ਹੈ? ਉਹ ਚਾਹੁੰਦੀ ਹੈ ਕਿ ਬੱਚਾ ਬੋਲੇ, ਆਪਣੇ ਵਿਚਾਰ ਐਕਸਪ੍ਰੈਸ ਕਰੇ, ਉਸ ਦਾ ਕੌਨਫੀਡੈਂਸ ਬਣਿਆ ਰਹੇ। ਜੇ ਉਹ ਉਸ ਨੂੰ ਹਰ ਗਲਤੀ ਤੇ ਉੱਥੇ ਹੀ ਟੋਕ ਦਿੰਦੀ ਤਾਂ ਬੱਚਾ ਸ਼ਾਇਦ ਅੱਗੇ ਬੋਲਣ ਤੋਂ ਹੀ ਡਰ ਜਾਂਦਾ। ਇਸ ਲਈ ਉਸਨੇ ਕਮਿਊਨੀਕੇਸ਼ਨ ਦੇ ਫਲੋ ਯਾਨੀ ਫਲੂਐਂਸੀ ਨੂੰ ਗ੍ਰਾਮੈਟਿਕਲ ਕਰੈਕਟਨੈਸ ਯਾਨੀ ਐਕਿਊਰੇਸੀ ਤੇ ਤਰਜੀਹ ਦਿੱਤੀ। ਤੇ ਹੁਣ ਆਖਰੀ ਸਵਾਲ, ਇਹ ਸਵਾਲ ਤੁਹਾਡੇ ਆਪਣੇ ਲਈ ਹੈ।
ਕੀ ਤੁਸੀਂ ਸਿਰਫ ਤੱਥਾਂ ਨੂੰ ਰੱਟ ਰਹੇ ਹੋ ਜਾਂ ਤੁਸੀਂ ਐਗਜ਼ਾਮੀਨਰ ਦੇ ਦਿਮਾਗ ਨਾਲ ਸੋਚਣਾ ਸਿੱਖ ਰਹੇ ਹੋ? ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਸਿਲੈਕਸ਼ਨ ਰੱਟੇ ਨਾਲ ਨਹੀਂ, ਅੰਡਰਸਟੈਂਡਿੰਗ ਨਾਲ ਹੁੰਦੀ ਹੈ ਤੇ ਅੱਜ ਦੇ ਇਸ ਸੈਸ਼ਨ ਦਾ ਮਕਸਦ ਉਹੀ ਅੰਡਰਸਟੈਂਡਿੰਗ ਡਿਵੈਲਪ ਕਰਨਾ ਸੀ। ਦੇਖੋ, ਜੇ ਤੁਸੀਂ ਆਪਣੀ ਸਿਲੈਕਸ਼ਨ ਨੂੰ ਲੈ ਕੇ ਸੀਰੀਅਸ ਹੋ ਤਾਂ PSTT CTET ਪ੍ਰੈਪ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਜਿਹੀ ਕੋਈ ਵੀ ਸਟ੍ਰੈਟਜੀ ਬੇਸਡ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ। ਇਸ ਤੋਂ ਬਾਅਦ ਸਾਡੀ PYQ ਐਨਾਲਿਸਿਸ ਸੀਰੀਜ਼ ਜ਼ਰੂਰ ਦੇਖਣਾ ਤੇ ਹਾਂ, ਇਸ ਵੀਡੀਓ ਨੂੰ ਸਿਰਫ ਉਹਨਾਂ ਦੋਸਤਾਂ ਨਾਲ ਸ਼ੇਅਰ ਕਰਨਾ ਜਿਹੜੇ ਸੱਚਮੁੱਚ ਪ੍ਰੈਪਰੇਸ਼ਨ ਨੂੰ ਲੈ ਕੇ ਸੀਰੀਅਸ ਨੇ। ਠੀਕ ਹੈ, ਮਿਲਦੇ ਹਾਂ ਅਗਲੀ ਵਾਰ ਇੱਕ ਨਵੀਂ ਸਟ੍ਰੈਟਜੀ ਨਾਲ। ਕੀਪ ਲਰਨਿੰਗ ਐਂਡ ਕੀਪ ਗਰੋਇੰਗ।